ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਚਰਚਾ ਕਰਦੇ ਹਾਂ ਕਿ ਜੋ ਅੱਜ 6 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਸਿੰਘ ਸਾਹਿਬਾਨਾਂ ਦੀ ਅੰਮ੍ਰਿਤਸਰ ਵਿਖੇ, ਜਿੱਥੇ ਕਿ ਉਹਨਾਂ ਨੇ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਧਾਰਮਿਕ ਨੇਤਾਵਾਂ ਨੂੰ ਕੁਝ ਨੂੰ ਬੁਲਾ ਕੇ ਸੁਖਬੀਰ ਬਾਦਲ ਵੱਲੋਂ ਕੀਤੇ ਸੰਗੀਨ ਸਿਆਸੀ ਗੁਨਾਹਾਂ ਤੇ ਧਾਰਮਿਕ ਗੁਨਾਹਾਂ ਬਾਰੇ ਇੱਕ ਸਜ਼ਾ ਦਾ ਫੈਸਲਾ ਲੈਣ ਦਾ ਆਧਾਰ ਸਮਝਣ ਦੀ ਕੋਸ਼ਿਸ਼ ਕੀਤੀ ਜਾਏਗੀ। ਬਹੁਤ ਸੰਗੀਨ ਗੁਨਾਹ ਕੀਤੇ ਸੁਖਬੀਰ ਬਾਦਲ ਨੇ, ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ, ਉਹਦੇ ਨਾਲ ਹੀ ਹਨ ਡਾਕਟਰ ਦਲਜੀਤ ਚੀਮਾ। ਤਾਂ ਸੁਖਬੀਰ ਬਾਦਲ ਨੇ ਗੁਨਾਹ ਕਬੂਲ ਕੀਤੇ, ਤਨਖਾਹੀਆ ਕਰਾਰ ਦਿੱਤਾ ਗਿਆ। ਇਹ ਜੋ ਮੀਟਿੰਗ ਹੋ ਰਹੀ ਹੈ, ਇਸ ਮੀਟਿੰਗ ਤੇ ਬੜੀ ਸਾਜ਼ਿਸ਼ ਨਾਲ ਜਥੇਦਾਰ ਸਾਹਿਬਾਨ ਉੱਪਰ ਹਮਲੇ ਕਰਾਏ ਜਾ ਰਹੇ ਨੇ। ਸ਼ਬਦੀ ਹਮਲੇ, ਸ਼ਬਦੀ ਬੰਬਾਰਮੈਂਟ ਚੱਲ ਰਹੀ ਹੈ। ਇਹ ਕੱਲ੍ਹ ਦੀ ਚੱਲ ਰਹੀ ਹੈ ਔਰ ਬੜੀ ਜਿਹੜੀ ਭੈੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਇਹ ਸ਼ਬਦਾਵਲੀ ਜੋ ਹੈ ਇਹ ਨਾ ਤਾਂ ਅਕਾਲੀ ਲੀਡਰਾਂ ਦੇ ਮੁਖ ਤੋਂ ਸਜਦੀ ਹੈ ਅਤੇ ਨਾ ਹੀ ਜਿਸ ਮਹਾਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਸੁਲਤਾਨ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉਹਨਾਂ ਦੇ ਨਾਲ ਹੋਰ ਸਿੰਘ ਸਭਾਵਾਂ ਨੇ ਇਹ ਫੈਸਲਾ ਲਿਆ ਹੈ ਕਿ ਇਹ ਮੀਟਿੰਗ ਕੀਤੀ ਜਾਏ। ਔਰ ਗਿਆਨੀ ਰਘਬੀਰ ਸਿੰਘ ਜੀ ਕਈ ਵਾਰੀ ਇਸ ਦੀ ਜਨਤਕ ਵੀ ਕਰ ਚੁੱਕੇ ਹਨ ਕਿ ਉਹ ਇਹ ਕਰਨਗੇ ਦੀਵਾਲੀ ਤੋਂ ਬਾਅਦ। ਉਹ ਆਪਣਾ ਪੂਰਾ ਵਾਅਦੇ ਤੇ ਪੂਰਾ ਉਤਰੇ ਹਨ। ਹੁਣ ਇਹਦੇ ਉੱਤੇ ਜੋ ਲਿਚਰ ਚਿੱਕੜ ਸਿੱਟਿਆ ਜਾ ਰਿਹਾ ਇਸ ਮੀਟਿੰਗ ਤੇ, ਇਸ ਮੀਟਿੰਗ ਦੇ ਮੈਂਬਰਾਂ ਤੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ। ਬੜਾ ਸ਼ਰਮਨਾਕ ਹੈ। ਤੁਸੀਂ ਇਹ ਸੋਚੋ ਕਿ ਇਹ ਸਿੱਖ ਪੰਥ ਦੇ ਲੀਡਰਾਂ ਦਾ ਕਿਰਦਾਰ ਕਿੰਨਾ ਗਿਰ ਚੁੱਕਾ ਹੈ ਔਰ ਇਹ ਕਿੰਨੇ ਨੀਵੇਂ ਹੋ ਚੁੱਕੇ ਹਨ। ਕਿਉਂਕਿ ਅਸਲ ਵਿੱਚ ਜਿੱਦੀ ਮੈਂ ਗੱਲ ਕਰਨ ਜਾ ਰਿਹਾ, ਇਹ ਵਪਾਰੀ ਹਨ, ਬਿਜ਼ਨਸ ਕਰਦੇ ਹਨ ਦਿੱਲੀ ਦਾ, ਇਹਨਾਂ ਦੀ ਸਟੀਲ ਦੀ ਕੰਪਨੀ ਹੈ। ਸੋ ਇਹ ਸੁਣੋ ਕੀ ਕਿਹਾ ਹੈ। ਹਰਵਿੰਦਰ ਸਿੰਘ ਸਰਨਾ ਬਾਦਲ ਅਕਾਲੀ ਦਲ ਦਾ ਲੀਡਰ ਹੈ। ਇਸ ਦਾ ਭਰਾ ਪਰਮਜੀਤ ਸਿੰਘ ਸਰਨਾ ਬਾਦਲ ਅਕਾਲੀ ਦਲ ਨੇ ਜਦੋਂ ਇਸ ਨੂੰ ਘਰ ਵਾਪਸੀ ਲਈ ਕਿਹਾ ਤਾਂ ਇਹ ਨੱਚਦਾ ਟੱਪਦਾ ਵਾਪਸ ਆਇਆ ਤੇ ਇਸ ਨੇ ਅਕਾਲੀ ਦਲ ਜੁਆਇਨ ਕਰ ਲਿਆ। ਕਿਉਂਕਿ ਦਿੱਲੀ ਦੀ ਸਿੱਖ ਸੰਗਤ ਨੇ ਸਰਨਾ ਬ੍ਰਦਰਜ਼ ਨੂੰ ਰਿਜੈਕਟ ਕੀਤਾ ਹੋਇਆ। ਇਸ ਵੇਲੇ ਇਹ ਜਿਹੜੇ ਬਿਲਕੁਲ ਪਛੜੇ ਹੋਏ ਔਰ ਇਹਨਾਂ ਦੀ ਜਿਹੜੀ ਸਿਆਸਤ ਸੀ ਉਹਦੇ 'ਚ ਨਿਗਾਰ ਆ ਗਿਆ। ਇਹ ਕਾਂਗਰਸ ਨਾਲ ਰਲ ਕੇ ਸਿਆਸਤ ਕਰਦੇ ਸੀ ਔਰ ਮੈਂ ਇੱਥੇ ਹੁਣ ਇਹਨਾਂ ਦੀ ਜਿਹੜੀ ਸ਼ਬਦਾਵਲੀ ਵਰਤੀ ਹੈ, ਹਰਵਿੰਦਰ ਸਿੰਘ ਸਰਨਾ ਕਹਿੰਦੇ ਹਨ ਕਿ ਅਜਿਹਾ ਇੱਜੜ ਇਕੱਠਾ ਕਰ ਲਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਅਜੇ ਇੱਜੜ ਫੈਸਲੇ ਨਹੀਂ ਲੈ ਸਕਦੇ। ਇਹ ਜਿਹੜੀ ਅੱਜ ਦੀ ਚਰਚਾ ਕਰਨ ਲੱਗੇ ਹਾਂ, ਇਹ ਬੜੀ ਸੀਰੀਅਸ ਹੈ ਕਿ ਅਕਾਲ ਤਖਤ ਉੱਪਰ ਅਟੈਕ ਹੋ ਰਹੇ ਨੇ ਔਰ ਬੜੀ ਸਿੰਘ ਸਭਾਨਾਂ ਲਈ ਤੇ ਉਹਨਾਂ ਵੱਲੋਂ ਬੁਲਾਏ ਗਏ ਉਹਨਾਂ ਦੇ ਸਲਾਹਕਾਰਾਂ ਲਈ ਬੜੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਇੱਜੜ। ਤੋ ਇਸ ਤੇ ਚਰਚਾ ਕਰਨ ਤੋਂ ਪਹਿਲੇ ਮੇਰੀ ਆਪ ਜੀ ਨੂੰ ਗੁਜ਼ਾਰਿਸ਼ ਹੈ, ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਇਸ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਇਹਦੀ ਬੈਲ ਆਈਕਨ ਦਬਾਓ ਤਾਂ ਜੋ ਜਿਹੜੀ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਹ ਤੁਹਾਨੂੰ ਤੁਰੰਤ ਉਸੇ ਸਮੇਂ ਮਿਲੇ, ਉਹਦਾ ਕਮਿਊਨੀਕੇਸ਼ਨ ਮਿਲੇ, ਤੁਸੀਂ ਉਹਨੂੰ ਸੁਣ ਸਕੋ, ਨਿਰੀਖਣ ਕਰ ਸਕੋ। ਔਰ ਮੇਰੀ ਇੱਕ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਇਸ ਚੈਨਲ ਦੀਆਂ ਵੀਡੀਓ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਨਿਰਪੱਖ ਪੱਤਰਕਾਰੀ ਦੀ ਉੱਤਮ ਮਿਸਾਲ ਨਾਲ ਤੁਸੀਂ ਉਹਨਾਂ ਦਾ ਸਾਂਝ ਪਾਓਗੇ ਅਤੇ ਉਹਨਾਂ ਨੂੰ
ਆਪਣੇ ਤੌਰ ਤੇ ਗੁਜ਼ਾਰਿਸ਼ ਵੀ ਕਰੋ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ। ਇਸ ਤੋਂ ਵੱਡੀ ਮਦਦ ਸਾਡੀ ਤੁਸੀਂ ਨਹੀਂ ਕਰ ਸਕਦੇ ਹੋਰ ਕੋਈ, ਅਸੀਂ ਹੋਰ ਕੋਈ ਤੁਹਾਡੇ ਤੋਂ ਨਹੀਂ ਮੰਗਦੇ। ਹੁਣ ਇੱਜੜ ਵਿੱਚ ਉਹਨਾਂ ਨੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਪ੍ਰਤੀ ਜੋ ਸ਼ਬਦਾਵਲੀ ਵਰਤੀ ਹੈ, ਮੈਂ ਇਹ ਸਮਝਦਾ ਇਹ ਉਹਦੀ ਗਿਆਨ ਹੁਣੇ ਮਨੁੱਖ ਦੀ ਇਹ ਬਿਰਤੀ ਚੋਂ ਨਿਕਲਿਆ ਇੱਜੜ। ਇਹ ਇੱਜੜ ਨਹੀਂ ਹੈ। ਬੜੇ ਵਿਦਵਾਨ ਲੋਕ ਹਨ, ਯੂਨੀਵਰਸਿਟੀਆਂ 'ਚ ਉੱਚੇ ਅਹੁਦਿਆਂ 'ਤੇ ਬੈਠੇ ਹੋਏ ਹਨ, ਔਰ ਇਹਨਾਂ ਨੇ ਬੜੀ ਮਿਹਨਤ ਨਾਲ ਸਾਰੀ ਉਮਰ ਖੋਜ ਕੀਤੀ ਹੈ, ਰਿਸਰਚ ਕੀਤੀ ਹੈ। ਔਰ ਇਸ ਕਮੇਟੀ ਨੂੰ ਜਿਹਨੂੰ ਇੱਜੜ ਕਹਿ ਰਹੇ ਨੇ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ। ਜਿਹੜੀ ਸਲਾਹਕਾਰ ਬੋਰਡ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹੁਣ ਵੀ ਹੈ, ਉਸ ਦੇ ਸਾਰੇ ਮੈਂਬਰਾਂ ਨੂੰ ਇਸ ਕਮੇਟੀ 'ਚ ਪਾਇਆ ਜਥੇਦਾਰ ਸਾਹਿਬਾਨ ਨੇ। ਹੁਣ ਉਹਨਾਂ ਦੇ ਨਾਂ ਸੁਣੋ: ਡਾਕਟਰ ਕੇਰ ਸਿੰਘ, ਡਾਕਟਰ ਸੂਬਾ ਸਿੰਘ, ਡਾਕਟਰ ਬਲਵੰਤ ਸਿੰਘ ਅਤੇ ਹੋਰ ਮੈਂਬਰ। ਇਹ ਉਹ ਮੈਂਬਰ ਹਨ ਜੋ ਕਿ ਸੁਖਬੀਰ ਬਾਦਲ ਦੀ ਮਰਜ਼ੀ ਨਾਲ, ਸਲਾਹ ਨਾਲ ਸਲਾਹਕਾਰ ਬੋਰਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਅੱਜ ਤੋਂ ਕਈ ਵਰੇ ਪਹਿਲੇ ਦੇ ਪਾਏ ਹੋਏ ਆ। ਇਹ ਉਹਨਾਂ ਦੇ ਬੜੇ ਵਿਸ਼ਵਾਸ ਪਾਤਰ ਔਰ ਉਹਨਾਂ ਦੇ ਸਲਾਹਕਾਰ ਹਨ। ਡਾਕਟਰ ਕੇਰ ਸਿੰਘ ਪੰਜਾਬੀ ਯੂਨੀਵਰਸਿਟੀ ਚੋਂ ਪ੍ਰੋਫੈਸਰ ਰਿਟਾਇਰ ਹੋਏ। ਡਾਕਟਰ ਬਲਵੰਤ ਸਿੰਘ ਵੀ ਪ੍ਰੋਫੈਸਰ। ਡਾਕਟਰ ਸੂਬਾ ਸਿੰਘ ਕੌਣ ਹਨ, ਬਹੁਤ ਸਾਰਿਆਂ ਨੂੰ ਨਹੀਂ ਪਤਾ ਹੋਊਗਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਕਾਲਜ ਹੈ, ਮਿਸ਼ਨਰੀ ਕਾਲਜ, ਉਸ ਦੇ ਪ੍ਰਿੰਸੀਪਲ ਆ। ਹੁਣ ਪ੍ਰਿੰਸੀਪਲ ਤੇ ਉਹਨੂੰ ਹੀ ਲਾਏਗੀ SGPC, ਜਿਹੜਾ ਉਸ ਦਾ ਬੜਾ ਵਿਸ਼ਵਾਸ ਦਾ ਪਾਤਰ ਹੋਏਗਾ। ਇਹਨਾਂ ਨੂੰ, ਜਿਨ੍ਹਾਂ ਨੂੰ ਇੰਨੀਆਂ ਉੱਚੀਆਂ ਪਦਵੀਆਂ ਦਿੱਤੀਆਂ SGPC ਨੇ, ਉਹਨਾਂ ਨੂੰ ਆਪ ਹੀ ਇੱਜੜ ਕਹਿ ਰਹੇ। ਮੇਰਾ ਸਵਾਲ ਹੈ ਸਰਨਾ ਬ੍ਰਦਰਜ਼ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਲਾਹਕਾਰ ਬੋਰਡ ਰਾਹੀਂ ਸਿੱਖ ਕੌਮ ਉੱਤੇ ਕਿਉਂ ਇੱਜੜ ਥੋਪਿਆ ਹੋਇਆ ਹੈ? ਇਹ ਇੱਜੜ ਉੱਥੋਂ ਕਢਵਾਓ, ਉਹਦੇ ਵਿਰੁੱਧ ਗੱਲ ਕਰੋ ਕਿ ਇਹ ਇੱਜੜ ਕੱਢਿਆ ਜਾਏ। ਬਾਕੀ ਪ੍ਰੋਫੈਸਰ ਅਮਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਨ। ਉਹਨਾਂ ਦੀ ਸਾਰੀ ਖੋਜ ਹੀ ਜੋ ਹੈ ਸਿੱਖ ਹਿਸਟਰੀ ਤੇ, ਸਿੱਖ ਪਰੰਪਰਾ ਤੇ, ਅਕਾਲ ਤਖਤ ਸਾਹਿਬ ਤੇ, ਅਕਾਲ ਤਖਤ ਸਾਹਿਬ ਤੋਂ ਉਠਾਏ ਜਾਂਦੇ, ਇਸ਼ੂ ਕੀਤੇ ਜਾਂਦੇ, ਸੁਣਾਏ ਜਾਂਦੇ ਹੁਕਮਨਾਮਿਆਂ ਤੇ ਹੈ। ਉਹ ਪੂਰੇ ਇਤਿਹਾਸ ਤੋਂ ਜਾਣੂ ਹਨ। ਉਹਨਾਂ ਦਾ ਇਸ ਕਮੇਟੀ ਵਿੱਚ ਆਉਣ ਨਾਲ ਰੁਤਬੇ 'ਚ ਕੋਈ ਫਰਕ ਨਹੀਂ ਪੜਦਾ, ਪਰ ਇਹ ਉਹਨਾਂ ਲਈ ਮਾਣ ਦੀ ਗੱਲ ਹੈ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਇਸ ਕਮੇਟੀ 'ਚ ਸਲਾਹ ਲਈ ਬੜੀ ਵਿਸ਼ੇਸ਼ ਥਾਂ ਦਿੱਤੀ ਹੈ, ਮਾਣ ਬਖਸ਼ਿਆ। ਸੋ ਹੁਣ ਅਸੀਂ ਚੱਲਦੇ ਹਾਂ ਕਿ ਇਹ ਤਾਂ ਹਰਵਿੰਦਰ ਸਿੰਘ ਸ਼ਰਨਾ ਕਹਿੰਦੇ, ਅੱਗੇ ਕੀ ਉਹਨਾਂ ਨੇ ਕਬੂਲ ਬੋਲਿਆ ਸਰਨਾ ਨੇ। ਉਹ ਕਹਿੰਦੇ ਨੇ ਤਾਂ ਜਥੇਦਾਰਾਂ ਨੇ ਯੂਨੀਅਨ ਬਣਾ ਲਈ ਹੈ। ਤੁਸੀਂ ਜਾਣਦੇ ਹੋ ਯੂਨੀਅਨ ਕੀ ਹੁੰਦੀ ਹੈ? ਯੂਨੀਅਨ ਵਰਕਰ ਦੀ ਹੁੰਦੀ ਹੈ, ਯੂਨੀਅਨ ਟਰੱਕ ਡਰਾਈਵਰਾਂ ਦੀ ਹੁੰਦੀ ਹੈ, ਯੂਨੀਅਨ ਪੱਲੇਦਾਰਾਂ ਦੀ ਹੁੰਦੀ ਹੈ। ਮਤਲਬ ਤੁਸੀਂ ਅਕਾਲ ਤਖਤ ਦੇ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ, ਉਹਨਾਂ ਲਈ ਸ਼ਬਦਾਵਲੀ ਕੀ ਵਰਤ ਰਹੇ ਹੋ? ਉਹਨਾਂ ਨੂੰ ਤੁਸੀਂ ਯੂਨੀਅਨ ਵਰਕਰ ਕਹਿ ਰਹੇ ਹੋ, ਯੂਨੀਅਨ ਲੀਡਰ ਕਹਿ ਰਹੇ ਹੋ, ਯੂਨੀਅਨ ਬਣਾ ਲਈ ਉਹਨਾਂ ਨੂੰ। ਸੋ ਇਹ ਯੂਨੀਅਨ ਵਾਲਾ ਸ਼ਬਦ ਉਹਨਾਂ ਨੇ ਇਸ ਕਰਕੇ ਯੂਜ਼ ਕੀਤਾ ਹੈ ਕਿ ਉਹ ਕਹਿੰਦੇ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਰਿਜ਼ਾਈਨ ਦੇ ਦਿੱਤਾ, ਦਮਦਮਾ ਸਾਹਿਬ ਵਿੱਚ ਅਨਾਉਂਸ ਕਰਤਾ, ਤਾਂ ਗਿਆਨੀ ਰਘਬੀਰ ਸਿੰਘ ਹੋਰਾਂ ਨੇ SGPC ਨੂੰ ਇਹ ਕਹਿ ਦਿੱਤਾ ਕਿ ਇਹਨਾਂ ਦਾ ਤੁਸੀਂ ਜੋ ਰਿਜ਼ਾਈਨ ਹੈ ਇਹ ਨਹੀਂ ਕਬੂਲ ਕਰਨਾ। ਜੇ ਤੁਸੀਂ ਕਰੋਗੇ ਤਾਂ
ਉਹ ਵੀ ਰਿਜ਼ਾਈਨ ਦੇ ਦੇਣਗੇ। ਸੋ ਜਿਹੜਾ ਇਹ ਬੋਲ ਕਬੋਲ ਕਰ ਰਿਹਾ ਹੈ ਸਰਨਾ ਬ੍ਰਦਰਸ, ਇਹ ਸ਼੍ਰੋਮਣੀ ਅਕਾਲੀ ਦਲ ਬਾਦਲ, ਯਾਨੀ ਬਾਦਲ ਅਕਾਲੀ ਦਲ ਦੇ ਦਿੱਲੀ ਯੂਨਿਟ ਦੇ ਦੋਨੋਂ ਭਰਾ ਨੇਤਾ ਇੰਚਾਰਜ ਹਨ। ਹੁਣ ਆਈ ਗੱਲ ਕਿ ਦੂਜਾ ਜੋ ਇਹਨਾਂ ਦਾ ਹਮਲਾਵਰ ਹੈ ਉਹ ਵਿਰਸਾ ਸਿੰਘ ਵਲਟੋਆ। ਵਿਰਸਾ ਸਿੰਘ ਵਲਟੋਏ ਦੀ ਜੇ ਤੁਸੀਂ ਗੱਲ ਸੁਣੋ ਕਿ ਵਲਟੋਆ ਜਿਹਨੂੰ ਪਹਿਲੇ ਹੀ ਅਕਾਲ ਤਖਤ ਸਾਹਿਬ ਨੇ 10 ਸਾਲ ਦੀ ਸਜ਼ਾ ਦਿੱਤੀ ਹੋਈ ਹੈ, ਤਾਂ ਉਸਨੇ ਅਕਾਲੀ ਦਲ ਬਾਦਲ ਤੋਂ ਰਿਜ਼ਾਈਨ ਕਰ ਦਿੱਤਾ ਆਪਣੇ ਆਪ ਹੀ। ਸਜ਼ਾ ਦਾ ਮਤਲਬ ਇਹ ਸੀ ਕਿ ਆਦੇਸ਼ ਜਾਰੀ ਕੀਤਾ ਸੀ ਬਲਵਿੰਦਰ ਸਿੰਘ ਭੁੰਦੜ ਨੂੰ ਕਿ ਉਹ ਇਸ ਨੂੰ ਪਾਰਟੀ ਚੋਂ 10 ਸਾਲ ਲਈ ਖਾਰਜ ਕਰ ਦੇਣ, ਕੱਢ ਦੇਣ ਮੁੱਢਲੀ ਮੈਂਬਰਸ਼ਿਪ। ਪਰ ਬਲਵਿੰਦਰ ਸਿੰਘ ਭੁੰਦੜ ਵੀ ਅਕਾਲ ਤਖਤ ਦੀ ਬਹੁਤੀ ਪਰਵਾਹ ਨਹੀਂ ਕੀਤੀ, ਨਾ ਹੀ ਡਾਕਟਰ ਰਜਿੰਦਰ ਸਿੰਘ ਧਾਮੀ ਨੇ ਕੀਤੀ। ਉਹਨਾਂ ਨੇ ਇਹਨਾਂ ਨੂੰ ਕਹਿ ਕੇ ਇਹਨਾਂ ਦਾ ਰੈਜ਼ੀਗਨੇਸ਼ਨ ਲੈ ਲਿਆ। ਹੁਣ ਸਵਾਲ ਇਹ ਹੈ ਕਿ ਇਹ ਕਹਿ ਕੀ ਰਿਹਾ? ਉਹ ਕਹਿੰਦਾ ਜਥੇਦਾਰਾਂ ਨੂੰ ਆਪਣੇ ਆਪ ਫੈਸਲਾ ਲੈਣ। ਇਹ ਜਿਹੜੇ ਬੁਲਾਏ ਹਨ ਬੁੱਧੀਜੀਵੀ ਜਾਂ ਹੋਰ, ਜਿਵੇਂ ਉਹਨਾਂ ਨੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਯਾਨੀ ਕਿ ਭਾਈ ਮਨਜੀਤ ਸਿੰਘ ਹੋਰਾਂ ਨੂੰ ਵੀ ਬੁਲਾਇਆ। ਭਾਈ ਮਨਜੀਤ ਸਿੰਘ ਦੀ ਨਿਯੁਕਤੀ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਹੀ ਹੋਈ ਸੀ, ਉਹਨਾਂ ਦੇ ਹੀ ਨਿਯੁਕਤੀ ਕੀਤੇ ਹੋਏ ਸੀ। ਤੋ ਇਹਨਾਂ ਸਾਰਿਆਂ ਦੀ ਉਹ ਬੇਇੱਜ਼ਤੀ ਕਰਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਨੂੰ ਬੁਲਾਉਣਾ ਉਚਿਤ ਨਹੀਂ, ਵਾਜਬ ਨਹੀਂ, ਇਹਨਾਂ ਨੂੰ ਇਹ ਕਮੇਟੀ ਦੀ ਮੀਟਿੰਗ ਨਹੀਂ ਕਰਨੀ ਚਾਹੀਦੀ, ਇਹ ਗਲਤ ਹੈ। ਔਰ ਸਿੰਘ ਸਭਾਨ ਨੂੰ ਧਾਰਮਿਕ ਸਜ਼ਾ ਦੇਣੀ ਚਾਹੀਦੀ ਹੈ, ਸੁਖਬੀਰ ਬਾਦਲ ਨੂੰ ਸਿਆਸੀ ਸਜ਼ਾ ਨਹੀਂ ਦੇਣੀ ਚਾਹੀਦੀ। ਇਹ ਕਿਉਂ ਕਹਿੰਦੇ? ਜਾਨੀ ਕਿ ਜਿਹੜਾ ਗੁਨਾਹਗਾਰ ਹੈ, ਜਿਹੜਾ ਮੁਜਰਮ ਹੈ, ਉਸ ਦਾ ਬੁਲਾਰਾ ਹੀ ਕਹਿ ਰਿਹਾ ਕਿ ਵੀ ਇਹਨੂੰ ਇਹ ਸਜ਼ਾ ਦਿਓ। ਔਰ ਇੰਨਾ ਸੰਗੀਨ ਦੋਸ਼ ਹੈ ਉਹਨਾਂ 'ਤੇ, ਜੋ ਕੁਝ ਉਹਨਾਂ ਨੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਲਈ ਅਡੰਬਰ ਰਚਾਇਆ। ਉਹਦੇ ਵਿੱਚ ਉਹਦਾ ਪਿਤਾ ਸੁਖਬੀਰ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਵੀ ਇਨਵੋਲਡ ਹੈ। ਉਸ ਨੂੰ ਜਦੋਂ ਉਹਨਾਂ ਨੇ ਰੋਸ ਦੇਖਿਆ ਜਨ ਸਿੱਖ ਕੌਮ ਦਾ, ਤਾਂ ਫੈਸਲਾ ਬਦਲਣਾ ਪਿਆ ਗਿਆਨੀ ਗੁਰਬਚਨ ਸਿੰਘ ਨੂੰ। ਉਹ ਤਤਕਾਲੀ ਅਕਾਲ ਤਖਤ ਦੇ ਜਥੇਦਾਰ ਸਨ, ਸਭ ਤੋਂ ਲੰਬੀ ਟਾਈਮ ਰਹੇ 10 ਸਾਲ, ਕਿਉਂਕਿ ਜੀ ਹਜ਼ੂਰੀਏ ਸੀ ਪ੍ਰਕਾਸ਼ ਸਿੰਘ ਬਾਦਲ ਦੇ, ਸੁਖਬੀਰ ਬਾਦਲ ਦੇ। ਤੋ ਜੀ ਹਜ਼ੂਰੀਏ ਦੇ ਜਿਹੜਾ ਉਹਨਾਂ ਨੂੰ ਲੰਮਾ ਸਮਾਂ ਰੱਖਿਆ ਗਿਆ ਜਥੇਦਾਰ, ਉਹਦਾ ਇਹ ਕਾਰਨ ਸੀ, ਜੋ ਕਹਿੰਦੇ ਸੀ ਉਹ ਕਰ ਦਿੰਦੇ ਸੀ। ਅਕਾਲ ਤਖਤ ਦੀ ਹਸਤੀ ਨੂੰ ਬੜੀ ਠੇਸ ਪਹੁੰਚਾਈ ਗਿਆਨੀ ਗੁਰਬਚਨ ਸਿੰਘ ਨੇ। ਅਤੇ ਇਹ ਜੋ ਵਲਟੋਆ, ਇਹਦਾ ਜ਼ਬਾਨ 'ਤੇ ਐਂ ਚੱਲਦੀ ਹੈ ਜਿਵੇਂ ਕਿ ਕੈਂਚੀ, ਹਟਦਾ ਹੀ ਨਹੀਂ। ਉਹ ਕੁਝ ਬੋਲੀ ਜਾਏਗਾ ਜੋ ਇਸ ਦੀ ਮਨ ਵਿੱਚ ਆਏਗਾ। ਨਾ ਇਹ ਜਥੇਦਾਰਾਂ ਦੀ ਇੱਜ਼ਤ ਕਰਦਾ, ਨਾ ਕਿਸੇ ਹੋਰ ਦੀ। ਇਹਨੂੰ ਸਿਰਫ ਦੀਂਦਾ ਤੇ ਦੀਂਦਾ ਤਨਖਾਹੀਆ ਸੁਖਬੀਰ ਸਿੰਘ ਬਾਦਲ ਹੈ। ਇਹਦੇ 'ਚ ਬੜੀ ਜ਼ਰੂਰਤ ਹੈ। ਇਹਨੇ ਪਹਿਲੇ ਵੀ ਧਮਕੀ ਦਿੱਤੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ, ਅਤੇ ਇਹ ਕਿਹਾ ਜੇਕਰ ਉਹਨਾਂ ਨੂੰ ਸਿਆਸੀ ਸਜ਼ਾ ਦਿੱਤੀ, ਹੋਰ ਕੋਈ ਕੁਝ ਕਰੇ ਨਾ ਕਰੇ, ਮੈਂ ਖੰਡਾ ਜ਼ਰੂਰ ਕਢਵਾਊਂਗਾ। ਇਹ ਕਹਿੰਦਾ ਵਲਟੋਆ। ਉਹ ਹੁਣ ਵਲਟੋਆ ਕਹਿੰਦਾ ਇਹ ਮੀਟਿੰਗ ਨਹੀਂ ਹੋਣੀ ਚਾਹੀਦੀ, ਜਥੇਦਾਰ ਸਾਹਿਬ ਆਪਣੇ ਫੈਸਲੇ ਆਪ ਲੈਣ। ਅਤੇ ਹੁਣ ਅਸੀਂ ਆਨੇ ਹਾਂ ਜਿਹੜਾ ਤੀਜਾ ਬੁਲਾਰਾ, ਜਿਸ ਨੇ ਕਿ ਇਸ ਕਮੇਟੀ ਉੱਪਰ ਸਿਰਫ ਦੋਸ਼ ਹੀ ਨਹੀਂ ਲਾਏ, ਇਸ ਨੂੰ ਗਲਤ ਹੀ ਨਹੀਂ ਕਿਹਾ, ਬਲਕਿ ਉਸਨੇ ਧਮਕੀਆਂ ਕੀ ਦਿੱਤੀਆਂ। ਇਹ ਸੁਣੋ। ਇਹ ਹਨ ਅਮਰੀਕ ਸਿੰਘ ਅਜਨਾਲਾ, ਮੁਖੀ ਦਮਦਮੀ ਟਕਸਾਲ। ਇਹ ਕੀ ਕਹਿ ਰਹੇ ਹਨ? ਜਿਹੜੇ ਵੀ ਸਿੱਖ ਪੱਤਰਕਾਰ ਤੇ ਸਿੱਖ ਬੁੱਧੀਜੀਵੀ ਇਸ ਮੀਟਿੰਗ 'ਚ ਆਉਣਗੇ,
ਉਹ ਬਹੁਤ ਵੱਡਾ ਗੁਨਾਹ ਕਰ ਰਹੇ। ਇਹ ਕੋਈ ਪੁੱਛੇ ਅਮਰੀਕ ਸਿੰਘ ਹੋਰਾਂ ਨੂੰ ਕਿ ਅਮਰੀਕ ਸਿੰਘ ਜੀ ਗੁਨਾਹ ਕਿਹੜਾ ਹੈ ਮੀਟਿੰਗ 'ਚ ਜਾਣਾ? ਜਥੇਦਾਰ ਸਭਾਨ ਦਾ ਆਪਣਾ ਮੂਲ ਅਧਿਕਾਰ ਹੈ, ਉਹਨਾਂ ਦਾ ਪ੍ਰੈਰੋਗੇਟਿਵ ਹੈ ਕਿ ਉਹ ਮੀਟਿੰਗ ਬੁਲਾਉਣ, ਸਲਾਹ ਲੈਣ ਔਰ ਕੀ ਕੁਝ ਕਰਨ। ਉਹ ਉਹਨਾਂ ਦਾ ਆਪਣਾ ਫੈਸਲਾ ਹੈ। ਔਰ ਮੇਰਾ ਅਮਰੀਕ ਸਿੰਘ ਅਜਨਾਲਾ ਨੂੰ ਸਵਾਲ ਹੈ ਕਿ ਤੁਸੀਂ ਦਮਦਮੀ ਟਕਸਾਲ ਵੱਲੋਂ ਹੋ, ਉਹਨਾਂ ਦੇ ਮੁਖੀ ਹੋ, ਤੁਹਾਨੂੰ ਪਤਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਕਾਲੇ ਨੇ ਵੀ ਆਪਣਾ ਸਲਾਹਕਾਰ ਬਣਾਇਆ ਹੋਇਆ ਸੀਗਾ ਕਮੇਟੀ। ਉਹਦੇ ਸਿੱਖ ਵੀ ਸੀ, ਉਹਦੇ 'ਚ ਪੱਤਰਕਾਰ ਵੀ ਸੀ, ਉਹ ਵੀ ਸਲਾਹ ਲੈਂਦੇ ਸੀ, ਉਹਦੇ 'ਚ IAS ਅਫਸਰ ਵੀ ਸੀ। ਇਹ ਕੋਈ ਛੁਪੇ ਹੋਏ ਨਾਂ? ਗੁਰਤੇਜ ਸਿੰਘ IAS ਉਹਨਾਂ ਦਾ ਐਡਵਾਈਜ਼ਰ ਸੀ। ਸੋ ਇਹ ਗੱਲ ਨਹੀਂ ਹੈਗੀ। ਇਸ ਤੇ ਜੋ ਚਿੜ ਹੈ ਇਹਨਾਂ ਨੂੰ, ਇਸ ਚਿੜ ਵਿੱਚ ਬਾਦਲ ਅਕਾਲੀ ਦਲ ਦਾ, ਸੁਖਬੀਰ ਸਿੰਘ ਬਾਦਲ ਇਹਨਾਂ ਦੇ ਅੰਦਰ ਵਸਿਆ ਹੋਇਆ। ਇਹ ਕਹਿ ਰਿਹਾ ਹੈ ਕਿ ਇਹ ਸਿਰਫ ਗੁਨਾਹ ਨਹੀਂ ਕਰਨਗੇ ਕਮੇਟੀ ਦੇ ਮੈਂਬਰ, ਚਾਹੇ ਪੱਤਰਕਾਰ ਹਨ ਜਾਂ ਬੁੱਧੀਜੀਵੀ ਹਨ, ਖੁਦ ਜ਼ਿੰਮੇਵਾਰ ਹੋਣਗੇ ਇਸ ਵੱਡੇ ਗੁਨਾਹ ਦੇ ਜੋ ਸਿੱਟੇ ਨਿਕਲਣਗੇ। ਇਹ ਇੱਕ ਚੁੱਪਚਾਪ ਦਿੱਤੀ ਹੋਈ ਧਮਕੀ ਸਮਝੋ, ਇਹਨੂੰ ਕਹਿੰਦੇ ਨੇ ਥ੍ਰੈਟ। ਉਹਦੇ ਇਹ ਕਹਿਣ ਵਿੱਚ ਥ੍ਰੈਟ ਪਰਸੈਪਸ਼ਨ ਹੈ ਜਿਹੜੀ ਪੰਥ ਨੂੰ ਕਬੂਲ ਨਹੀਂ ਕਰਨੀ ਚਾਹੀਦੀ, ਔਰ ਜਿਹੜੀ ਕਿ ਸਿੰਘ ਸਭਾਨ ਜਿਨ੍ਹਾਂ ਦੇ ਲੀਡਰ ਗਿਆਨੀ ਰਘਬੀਰ ਸਿੰਘ ਜੀ ਹਨ, ਉਹਨਾਂ ਨੂੰ ਵੀ ਕਬੂਲ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਇਹ ਮੀਟਿੰਗ ਕਰਕੇ ਮਾਮਲਾ ਜਿਹੜਾ ਨਿਪਟਾਉਣ ਵੱਲ ਅੱਗੇ ਵਧਣਾ ਚਾਹੀਦਾ, ਕਿਉਂਕਿ ਇਸ ਤੋਂ ਬਾਅਦ ਹੋਰ ਵੀ ਮੀਟਿੰਗਾਂ ਹੋਣੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਸਿੱਖ ਸੰਪਰਦਾਇ, ਨਿਹੰਗ ਸਿੰਘਾਂ ਦੇ ਜਿਹੜੀਆਂ ਹੈਗੀਆਂ ਸੰਪਰਦਾਵਾਂ ਅਤੇ ਹੋਰ ਸਿੱਖ ਸੁਸਾਇਟੀਆਂ, ਸਿੰਘ ਸਭਾਵਾਂ, ਕਈ ਪਾਸੋਂ ਉਹਨਾਂ ਨੂੰ ਪੱਤਰ ਮਿਲੇ ਹੋਏ ਤੇ ਉਹਨਾਂ ਨੇ ਵੀ ਵਾਰੀ-ਵਾਰੀ ਮੀਟਿੰਗ ਕਰਨੀ ਹੈ। ਐਡਾ ਵੱਡਾ ਸੰਗੀਨ ਗੁਨਾਹ ਹੈ। ਔਰ ਉਹਦੇ ਵਿੱਚ ਤੁਸੀਂ ਇਹ ਦੇਖੋ, ਜਥੇਦਾਰ ਸਾਹਿਬ ਨੇ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ। ਸੁਖਬੀਰ ਬਾਦਲ ਚਾਲ ਖੇਡ ਰਿਹਾ ਸੀ ਅਕਾਲ ਤਖਤ ਸਾਹਿਬ ਨਾਲ, ਇਸ ਲਈ ਉਹ ਜਿਸ ਦਿਨ ਤਨਖਾਹੀਆ ਉਸਨੇ ਉਹਨੂੰ ਅਨਾਉਂਸ ਕੀਤਾ ਗਿਆ, ਘੋਸ਼ਿਤ ਕੀਤਾ ਗਿਆ, ਉਸ ਤੋਂ ਅਗਲੇ ਦਿਨ ਹੀ ਉਹ ਆਪਣਾ ਸਪਸ਼ਟੀਕਰਨ ਲੈ ਕੇ ਆਇਆ ਕਿ ਮੈਂ ਮਾਫੀ ਮੰਗਦਾ, ਮੈਨੂੰ ਮਾਫੀ ਦਿੱਤੀ ਜਾਏ। ਹੁਣ ਉਹ ਇੰਨੀ ਜਲਦੀ, ਇੰਨੀ ਰਫ਼ਤਾਰ ਵਿੱਚ ਕਿਉਂ ਚੱਲ ਰਿਹਾ ਸੀ? ਸੁਖਬੀਰ ਬਾਦਲ ਇਹ ਸੋਚ ਰਿਹਾ ਸੀ ਕਿ ਮੈਂ ਹੁਣ ਅਗਲੇ ਦਿਨ ਦੇ ਆਵਾਂ ਤੇ ਫਿਰ ਮੈਨੂੰ ਧਾਰਮਿਕ ਸਜ਼ਾ ਲੱਗ ਜਾਏ, ਮਾੜੀ ਮੋਟੀ ਸਜ਼ਾ ਹੋਏਗੀ 15 ਦਿਨ ਦੀ, 20 ਦਿਨ ਦੀ, ਮਹੀਨੇ ਦੀ। ਤੋ ਧਾਰਮਿਕ ਸੇਵਾ ਕੀ ਹੁੰਦੀ ਹੈ? ਤੁਸੀਂ 5 ਬਾਣੀਆਂ ਦਾ ਪਾਠ ਕਰਨਾ ਹੈ ਜੀ, ਤੁਸੀਂ ਜਿਹੜੀ ਇਹ ਝਾੜੂ ਦੀ ਸੇਵਾ ਕਰਨੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਕਰ ਲਓ, ਜਾਂ ਕੋਈ ਵੀ ਤੁਹਾਡੇ ਘਰ ਦੇ ਨੇੜੇ ਗੁਰਦੁਆਰਾ ਹੈ ਉੱਥੇ ਕਰ ਲਓ। ਤੁਸੀਂ ਜੋੜਿਆਂ ਦੀ ਸੇਵਾ ਕਰੋ ਜੀ, ਤੁਸੀਂ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਦੀ ਸੇਵਾ ਕਰੋ। ਇਸ ਉਮੀਦ ਨਾਲ ਬਾਦਲ ਅਕਾਲੀ ਦਲ ਤਰਲੋ ਮੱਛੀ ਹੋ ਰਿਹਾ ਕਿ ਬਈ ਲਿਆ ਕੇ ਅਸੀਂ ਤੇ ਅਗਲੇ ਦਿਨ ਹੀ ਦੇਤਾ ਸਪਸ਼ਟੀਕਰਨ, ਤੇ ਸਜ਼ਾ ਦਾ ਕੋਈ ਫੈਸਲਾ ਨਹੀਂ ਹੋ ਰਿਹਾ। ਹੁਣ ਇਹ ਸਜ਼ਾ ਜਿਹੜੀ ਹੈ, ਜਿਹੜੀ ਅਕਾਲ ਤਖਤ ਸਾਹਿਬ ਦਾ ਜਿਹੜੀ ਤੋਹੀਨ ਕਰਨੀ ਹੈ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੀਤੀ, ਸੁਖਬੀਰ ਬਾਦਲ ਨੇ ਵੀ ਕੀਤੀ, ਦਲਜੀਤ ਚੀਮੇ ਨੇ ਵੀ ਕੀਤੀ, ਔਰ ਗਿਆਨੀ ਗੁਰਬਚਨ ਸਿੰਘ ਤਤਕਾਲੀਨ ਜਥੇਦਾਰ ਨੇ ਵੀ ਕੀਤੀ, ਅਤੇ ਉਹਨਾਂ ਨਾਲ ਜਿਹੜੇ ਹੋਰ 4 ਸਿੰਘ ਸਭਾਨ ਸੀਗੇ ਉਹਨਾਂ ਨੇ ਵੀ ਕੀਤੀ। ਸੋ ਇਹ ਜੋ ਹੋ ਰਿਹਾ ਇਹ ਬੜਾ ਨਿੰਦਨੀ ਹੈ, ਔਰ ਇਹ ਸਿੱਖ ਪੰਥ ਲਈ ਬੜਾ ਘਾਤਕ ਹੈ। ਔਰ ਜਿਹੜਾ ਦਮਦਮੀ ਟਕਸਾਲ ਦੇ ਜਿਹੜਾ ਉਹ ਬਿਆਨਬਾਜ਼ੀ ਕੀਤੀ ਹੈ, ਔਰ ਜਿਹਦੇ 'ਚ ਕਿ ਥ੍ਰੈਟ ਪਰਸੈਪਸ਼ਨ ਵੀ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਸਜ਼ਾ ਲਾਉਣ ਦਾ ਅਧਿਕਾਰ ਸਿਰਫ ਜਥੇਦਾਰ ਸਾਹਿਬ ਨੂੰ ਹੈ। ਇਹਦੇ ਤੋਂ ਤੇ ਕੋਈ ਵੀ ਨਹੀਂ ਮੁਨੱਕਰ ਹੋ ਰਿਹਾ, ਸਭ ਸਮਰਥਨ ਕਰ ਰਹੇ ਹਨ ਕਿ ਜਥੇਦਾਰ ਸਾਹਿਬ ਆਪ ਫੈਸਲਾ ਸੁਣਾਉਣ।
ਇਹ ਜਿਹੜੀ ਕਮੇਟੀ ਬੁਲਾਈ ਗਈ ਹੈ ਉਸ ਤੋਂ ਗੁਰਮਤ ਦੀ ਰੋਸ਼ਨੀ ਵਿੱਚ ਉਹਨਾਂ ਨਾਲ ਵਿਚਾਰਾਂ ਕਰਨੀਆਂ, ਗੁਰਮਤ ਦੀ ਰੋਸ਼ਨੀ ਵਿੱਚ ਕਿਸੇ ਮੁੱਦੇ ਉੱਤੇ ਵਿਚਾਰਾਂ ਕਰਨੀਆਂ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨਾਲ ਬੈਠੇ ਹੋਏ ਬਾਕੀ ਦੇ ਸਿੰਘ ਸਾਹਿਬਾਨ, ਇਹਦੇ 'ਚ ਗਲਤ ਗੱਲ ਕੀ ਹੈ? ਇਹਦੇ 'ਚ ਕੋਈ ਗਲਤ ਨਹੀਂ। ਸੋ ਇਹ ਜੋ ਉਹਨਾਂ ਨੇ ਆਰੰਭ ਕੀਤਾ ਹੈ ਪ੍ਰੋਗਰਾਮ, ਉਹਦੀ ਪਹਿਲੀ ਮੀਟਿੰਗ ਅੱਜ ਹੈ, ਇਸ ਨੂੰ ਅਗਲੀ ਮੀਟਿੰਗ ਹੋਏਗੀ ਸੰਸਥਾਵਾਂ ਦੀ, ਪਰੰਪਰਾਵਾਂ ਦੀ, ਮੁਖੀਆਂ ਦੀ, ਕਿਉਂਕਿ ਐਡਾ ਵੱਡਾ ਸਕੀਨ ਦੋਸ਼ ਹੈ, ਉਹਦੇ 'ਚ ਇਹਨਾਂ ਨੂੰ ਟਾਈਮ ਲੱਗਣਾ ਹੈ। ਕਿਉਂਕਿ ਇੱਕ ਤਾਂ ਹੈਗਾ ਜਿਹੜੇ ਵਿਰੋਧੀ ਧੜਾ, ਉਹਨਾਂ ਨੇ ਆਪ ਹੀ ਪੇਸ਼ ਹੋ ਕੇ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਇਹ ਕਰਨ ਤੋਂ ਰੋਕਿਆ ਨਹੀਂ, ਅਸੀਂ ਵੀ ਗੁਨਾਹਗਾਰ ਹਾਂ, ਸਾਨੂੰ ਵੀ ਸਜ਼ਾ ਦਿੱਤੀ ਜਾਏ। ਤੋ ਇਹ ਤਾਂ ਇੱਦਾਂ ਦਾ ਗੱਲ ਹੈ ਕਿ ਜਿੱਥੇ ਤੁਸੀਂ 40-50 ਬੰਦਿਆਂ ਨੂੰ, ਕਿਉਂਕਿ 15-17 ਤੇ ਮਨਿਸਟਰਾਂ ਤੋਂ ਹੀ ਸਪਸ਼ਟੀਕਰਨ ਮੰਗਿਆ ਅਕਾਲ ਤਖਤ ਸਾਹਿਬ ਨੇ। ਸੋ ਇੰਨੇ ਬੰਦਿਆਂ ਦਾ ਨਿਪਟਾਰਾ ਕਰਨਾ, ਉਹਨਾਂ ਦੀ ਕੀਤੀਆਂ ਹੋਏ ਗੁਨਾਹਾਂ ਦਾ, ਉਹਨਾਂ ਦੀ ਕੀਤੀਆਂ ਹੋਈਆਂ ਗਲਤੀਆਂ ਦਾ, ਇਹ ਕੋਈ ਛੋਟਾ ਜਿਹਾ ਕੰਮ ਨਹੀਂ, ਇਹ ਕੋਈ ਸਧਾਰਨ ਕੰਮ ਨਹੀਂ ਕਿ ਇੱਕਦਮ ਤੁਸੀਂ ਇੰਨੇ ਬੰਦਿਆਂ ਨੂੰ ਇੱਕਦਮ ਸਜ਼ਾਵਾਂ ਦਿਓ। ਕਿਉਂਕਿ ਹਰ ਇੱਕ ਦਾ ਜਿਹੜਾ ਕੇਸ ਹੈ ਉਹ ਵਿਅਕਤੀਗਤ ਹੈ, ਉਹ ਦੇਖਣਾ ਪਏਗਾ, ਹਰ ਇੱਕ ਦਾ ਸਪਸ਼ਟੀਕਰਨ ਪੜ੍ਹਨਾ ਪਏਗਾ, ਪੜ੍ਹ ਕੇ ਉਹਦੇ 'ਤੇ ਵਿਚਾਰ ਹੋਏਗੀ। ਤੋ ਮੀਟਿੰਗਾਂ ਲੰਮੀਆਂ ਚੱਲਣਗੀਆਂ। ਤੋ ਮੀਟਿੰਗਾਂ ਵਿੱਚ, ਅੱਜ ਦੀ ਮੀਟਿੰਗ ਵਿੱਚ ਜੋ ਫਾਰਮੂਲੇਟ ਕੀਤੀ ਜਾਏਗੀ ਇੱਕ ਪਾਲਿਸੀ, ਜਿਹਦੇ ਵਿੱਚੋਂ ਕਿ ਸੇਧ ਮਿਲੇਗੀ ਕਿ ਇਸ ਸਾਰੇ ਵੱਡੇ ਮਸਲੇ ਨੂੰ ਕਿਵੇਂ ਸਮੇਟਿਆ ਜਾਏ। ਕਿਉਂਕਿ ਬਾਦਲ ਅਕਾਲੀ ਦਲ ਤਾਂ ਅਡੰਬਰ ਵੱਡੇ ਵੱਡੇ ਰਚਾਉਂਦਾ ਹੈ, ਆਪਣੀ ਸਜ਼ਾ ਆਪ ਹੀ ਨਿਸ਼ਚਿਤ ਕਰਦਾ ਹੈ। ਯਾਨੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਗੁਨਾਹ, ਸੰਗੀਨ ਗੁਨਾਹ, ਆਪ ਹੀ ਆਪਣੇ ਆਪ ਨੂੰ ਧਾਰਮਿਕ ਸਜ਼ਾ ਲਾ ਲਈ, ਆਪ ਹੀ ਭਾਂਡੇ ਮਾਂਜ ਲਏ, ਆਪ ਹੀ ਸੇਵਾ ਕਰ ਲਈ, ਔਰ ਆਪ ਹੀ ਅਕਾਲ ਤਖਤ 'ਤੇ ਇੱਕ ਊਲ ਜਲੂਲ ਜੀ ਜਲੇਬੀ ਵਰਗੀ ਚਿੱਠੀ ਲਿਖੀ ਹੋਈ ਪੰਜਾਬੀ 'ਚ ਇੱਕ ਸਫ਼ੇ ਦੀ ਫੜਾ ਕੇ ਤੇ ਚਲੇ ਗਏ। ਉਹ ਚਿੱਠੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸੀਗੇ ਤਤਕਾਲੀ, ਗਿਆਨੀ ਗੁਰਬਚਨ ਸਿੰਘ ਜੀ ਨੂੰ ਵੀ ਨਹੀਂ ਫੜਾਈ। ਔਰ ਗਿਆਨੀ ਗੁਰਬਚਨ ਸਿੰਘ ਜੀ 'ਚ ਇੰਨੀ ਹਿੰਮਤ ਹੀ ਨਹੀਂ ਸੀ ਕਿ ਉਸ ਚਿੱਠੀ ਉੱਪਰ ਕੋਈ ਉਹ ਵਿਵਾਦ ਕਰਦੇ, ਕੋਈ ਗੱਲਬਾਤ ਕਰਦੇ, ਉਹਦੇ ਬਾਰੇ ਕੁਝ ਕਹਿੰਦੇ। ਉਹਨਾਂ ਨੇ ਰਿਕਾਰਡ ਚਲਾਤੀ। ਸਭ ਤੋਂ ਵਧੀਆ ਗੱਲ ਤਾਂ ਇਹ ਕੀਤੀ ਉਹਨਾਂ ਨੇ ਕਿ ਉਹ ਚਿੱਠੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਫਾਈਲਾਂ ਦਾ, ਆਰਕਾਈਵ ਦਾ, ਰਿਕਾਰਡ ਦਾ ਹਿੱਸਾ। ਉੱਦਾਂ ਦਾ ਇਹ ਅਡੰਬਰ ਫਿਰ ਸੁਖਬੀਰ ਬਾਦਲ ਨੇ ਰਚਾਇਆ, ਅਖੰਡ ਪਾਠ ਰਖਾ ਲਿਆ ਅਕਾਲ ਤਖਤ ਸਾਹਿਬ ਦੇ ਪਿੱਛੇ। ਤੁਹਾਨੂੰ ਪਤਾ ਹੈ ਕਈ ਸ਼ਹੀਦਾਂ ਦੇ ਨਾਂ 'ਤੇ ਗੁਰਦੁਆਰੇ, ਉਹਨਾਂ ਗੁਰਦੁਆਰੇ 'ਚ ਇੱਕ 'ਚ ਸ਼ਹੀਦ ਦੇ ਅਖੰਡ ਪਾਠ ਰਖਾਇਆ, ਉੱਥੇ ਭੋਗ ਪਾਇਆ, ਉੱਥੇ ਹੀ ਮਾਫੀ ਮੰਗ ਲਈ ਜਾਣੇ ਅਣਜਾਣੇ। ਤੇ ਉਹਨਾਂ ਨੇ ਸਮਝਿਆ ਕਿ ਮੇਰਾ ਵੀ ਭਾਰ ਉਤਰ ਗਿਆ। ਸੋ ਮੈਂ ਇਹ ਕਹਿ ਰਿਹਾ ਕਿ ਇਹ ਜਿਹੜੀ ਮੀਟਿੰਗ ਹੈ ਇਹ ਠੀਕ ਲਾਈਨ 'ਤੇ ਹੋ ਰਹੀ ਹੈ, ਔਰ ਇਹ ਜਿਹੜੇ ਆਲੋਚਨਾ ਕਰਨ ਵਾਲੇ ਨੇ ਇਹ ਆਪਣਾ ਆਪ ਨੰਗਾ ਕਰ ਰਹੇ ਨੇ, ਔਰ ਇਹਨਾਂ ਦੇ ਪੱਲੇ ਕੁਛ ਹੈ ਹੀ ਨਹੀਂ। ਇਹ ਦਮਦਮੀ ਟਕਸਾਲ ਦਾ ਜੇ ਮੈਂ ਹੁਣ ਇੱਥੇ ਲੰਬੀ ਚਰਚਾ ਕਰਾਂ ਤੇ ਅਜਨਾਲਾ ਸਾਹਿਬ ਕੋਲ ਜਵਾਬ ਨਹੀਂ ਹੋਣਗੇ ਇਹਨਾਂ ਦਾ। ਤੇ ਮੈਨੂੰ ਇੱਕੋ ਹੀ ਸਵਾਲ ਹੈ ਵੀ ਜਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਲੜਾਈ ਵਿੱਚ ਸ਼ਹੀਦ ਹੋ ਗਏ ਸੀ ਆਪਰੇਸ਼ਨ ਬਲੂ ਸਟਾਰ, ਤੇ ਤੁਸੀਂ 8-9 ਸਾਲ ਉਹਨਾਂ ਦੀ ਡੈਥ ਦੀ ਖਬਰ ਲੁਕੋ ਕੇ ਕਿਉਂ ਰੱਖੀ? ਹੈ ਕੋਈ ਜਵਾਬ? ਇਹਨਾਂ 'ਤੇ ਕੀ ਕਰੇਗਾ ਕੋਈ ਕੌਮ ਇਤਬਾਰ ਕਰੇਗੀ? ਸੋ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ। ਉਮੀਦ ਕਰਦਾ ਕਿ ਵੀ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਇਸ ਚਰਚਾ ਨੂੰ ਤੁਸੀਂ ਆਪਣੇ ਮਿੱਤਰਾਂ ਸੰਬੰਧੀਆਂ ਨਾਲ ਸਾਂਝੀ ਕਰੋਗੇ। ਧੰਨਵਾਦ। ਸਤਿ ਸ੍ਰੀ ਅਕਾਲ।